ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਲੈ ਕੇ। ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਵੀ ਨੇ ਜੀ। ਨਵਾਂ ਦਿਨ ਨਵਾਂ ਸ਼ੋਅ। ਅਕਸਰ ਅਸੀਂ ਗੱਲਬਾਤ ਕਰਦੇ ਜੀ ਅਪਡੇਟ ਸਾਡੇ ਸਟੂਡੈਂਟਸ ਦੇ ਵਾਸਤੇ ਕੀ ਰਹਿੰਦੀਆਂ ਨੇ, ਖਾਸ ਤੌਰ ਤੇ ਜਦੋਂ ਵੀ ਕੈਨੇਡਾ ਸਟੱਡੀ ਵੀਜ਼ਾ ਦੀ ਅਸੀਂ ਗੱਲ ਕੀਤੀ ਹੈ। ਸੋ ਫਿਲਹਾਲ ਜੀ ਸੈਪਟੈਂਬਰ ਇਨਟੇਕ ਰਿਜ਼ਲਟਸ ਆ ਰਹੇ ਨੇ ਬਹੁਤ ਜਲਦੀ। ਜਿਹੜੇ ਹੁਣ ਸਟੂਡੈਂਟਸ ਰਹਿ ਗਏ ਨੇ ਜੀ, ਤੁਹਾਡੇ ਵੀ ਡਿਕਲੇਅਰ ਹੋ ਜਾਣਗੇ ਰਿਜ਼ਲਟਸ। ਤੇ ਇਸ ਤੋਂ ਇਲਾਵਾ ਨਵੇਂ ਇਨਟੇਕਸ ਦੀਆਂ ਐਡਮਿਸ਼ਨ ਚੱਲ ਰਹੀਆਂ ਨੇ ਜੀ। ਤੇ ਤੁਹਾਡੇ ਵਾਸਤੇ ਜਿਹੜੇ ਸਾਡੇ ਐਕਸਪਰਟਸ ਨੇ ਜੀ, ਸਾਡੇ ਕੰਸਲਟੈਂਟਸ ਹੈਗੇ ਨੇ, ਉਹ ਸੈਮੀਨਾਰਸ ਦਾ ਦੌਰ ਲੈ ਕੇ ਆ ਚੁੱਕੇ ਨੇ ਜੀ। ਸੋ ਫਿਲਹਾਲ ਜੀ ਪਾਇਨੀਅਰ ਇਮੀਗ੍ਰੇਸ਼ਨ ਵੀ ਤੁਹਾਡੇ ਵਾਸਤੇ ਸੈਮੀਨਾਰਸ ਲੈ ਕੇ ਆ ਰਿਹਾ। ਤੁਹਾਡੇ ਵਾਸਤੇ ਡੇਟਸ ਵੈਨਿਊ ਜ਼ਰੂਰ ਮੈਂ ਇਸ ਸ਼ੋਅ ਦੇ ਵਿੱਚ ਅਨਾਉਂਸ ਕੀਤੇ ਜਾਣਗੇ। ਸੋ ਤੁਸੀਂ ਕਾਪੀ ਪੈਨ ਲੈ ਕੇ ਬੈਠ ਜਾਣਾ ਤੇ ਨਾਲ ਦੇ ਨਾਲ ਅੱਜ ਖਾਸ ਤੌਰ ਤੇ ਗੱਲਬਾਤ ਰਹੇਗੀ ਜੀ ਸਾਡੇ 12ਵੀਂ ਪਾਸ ਸਟੂਡੈਂਟਸ ਦੀ। ਅਸੀਂ ਹਮੇਸ਼ਾ ਗੱਲ ਕੀਤੀ। ਇਸ ਤੋਂ ਇਲਾਵਾ ਜੀ ਗ੍ਰੈਜੂਏਸ਼ਨ ਵਾਲੇ ਜਿਹੜੇ ਸਟੂਡੈਂਟਸ ਨੇ, BA ਪਾਸ ਹੈਗੇ ਨੇ, ਉਹਨਾਂ ਦੀ ਤੇ ਨਾਲ ਦੇ ਨਾਲ ਜੀ ਅੱਜ ਮਾਸਟਰਸ ਵਾਲੇ ਸਟੂਡੈਂਟਸ ਦੀ ਵੀ ਅਸੀਂ ਜ਼ਰੂਰ ਗੱਲ ਕਰਾਂਗੇ। ਸੋ ਤੁਹਾਡੇ ਵਾਸਤੇ ਜੀ ਕੀ ਓਪਰਚੁਨਿਟੀਜ਼, ਪ੍ਰੋਗਰਾਮਸ ਕਿੱਦਾਂ ਡਿਸਾਈਡ ਕਰਨੇ, ਕੀ ਸਾਡੇ ਵਾਸਤੇ ਬੈਸਟ ਹੈਗਾ, ਰਿਜੈਕਸ਼ਨ ਦਾ ਰੀਜ਼ਨ ਕੀ ਬਣੇਗਾ, ਕੀ ਪ੍ਰੋਗਰਾਮ ਜਿਹੜਾ ਹੈਗਾ ਉਹ ਰਿਜੈਕਸ਼ਨ ਦਾ ਰੀਜ਼ਨ ਬਣ ਸਕਦਾ, ਇਹਦੇ ਬਾਰੇ ਵੀ ਡਿਸਕਸ ਕਰਾਂਗੇ। ਤੇ ਫਿਲਹਾਲ ਸਾਡੇ ਨਾਲ ਹੈ ਜੀ ਪਾਇਨੀਅਰ ਇਮੀਗ੍ਰੇਸ਼ਨ ਤੋਂ ਡਾਕਟਰ ਰਵੀ ਗਰਗ ਸਰ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਟੂ ਦਿਸ ਸ਼ੋ। ਕਵਿਤਾ ਜੀ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਰਵੀ ਸਰ, ਮੈਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਸੈਮੀਨਾਰਸ ਤੋਂ ਕਰਨਾ ਚਾਹੁੰਦੀ ਹਾਂ, ਕਿਉਂਕਿ ਸੈਮੀਨਾਰਸ ਦਾ ਮੈਂ ਦੇਖਿਆ ਐਜੂਕੇਸ਼ਨ ਫੇਅਰ ਦਾ ਦੌਰ ਨਾ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕਿਆ। ਵੱਖ-ਵੱਖ ਕੰਸਲਟੈਂਟ ਸਾਡੇ ਸਟੂਡੈਂਟਸ ਦੇ ਵਾਸਤੇ ਬਹੁਤ ਸਾਰੀਆਂ ਓਪਰਚੁਨਿਟੀਜ਼ ਲੈ ਕੇ ਆ ਰਹੇ ਨੇ। ਬਹੁਤ ਸਾਰੇ ਲੁਭਾਵਨੇ ਨਾ ਐਡਸ ਜਿਹੜੀਆਂ ਹੈਗੀਆਂ ਨੇ, ਜਾਂ ਕਈ ਕਿਸਮ ਦੇ ਲਾਲਚ, ਮੈਂ ਕਹਾਂ ਮੇਰੇ ਖਿਆਲ 'ਚ ਮੈਂ ਗਲਤ ਵਰਡ ਯੂਜ਼ ਨਹੀਂ ਕਰ ਰਹੀ, ਰਾਈਟ? ਸੋ ਹਾਂ ਜੀ, ਬਿਲਕੁਲ ਬਿਜ਼ਨਸ ਪ੍ਰਮੋਸ਼ਨ ਵਾਸਤੇ ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਆਪਣੇ ਕੀ ਕਹਿੰਦੇ ਪ੍ਰੋਮੋਸ਼ਨਸ ਦਾ ਮਤਲਬ ਕਿ ਅਲੱਗ-ਅਲੱਗ ਬੈਨੀਫਿਟਸ, ਅਲੱਗ-ਅਲੱਗ ਲਾਲਚ ਵਾਲੀ ਗੱਲ ਹੀ ਹੋ ਜਾਂਦੀ ਹੈ, ਦਿੰਦੇ ਨੇ। ਲੇਕਿਨ ਖੈਰ ਪਾਇਨੀਅਰ ਇਮੀਗ੍ਰੇਸ਼ਨ ਕਦੇ ਵੀ ਪੈਸੇ ਦੇ ਮਗਰ ਨਹੀਂ ਰਹੀ। ਪ੍ਰੋਫੈਸ਼ਨਲਿਜ਼ਮ, ਐਥਿਕਸ ਔਰ ਕੇਅਰ ਦੀ ਗੱਲ ਹੈਗੀ ਹੈ। ਅਸੀਂ ਪੈਸੇ ਦੇ ਮਗਰ ਨਹੀਂ, ਕੰਮ ਦੇ ਮਗਰ ਹੈਗੇ ਹਾਂ। ਕੰਮ ਨੂੰ ਧਿਆਨ ਨਾਲ ਕਰਨਾ, ਚੰਗੀ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ, ਕਰੀਅਰ ਦਾ ਸਵਾਲ, ਕਾਫੀ ਇਹ ਇੱਕ ਸੀਰੀਅਸ ਮੈਟਰ ਹੈਗਾ। ਔਰ ਬੜੇ ਸੋਚ ਸਮਝ ਕੇ ਧਿਆਨ ਨਾਲ ਜਦੋਂ ਕੰਮ ਕਰਦੇ ਹਾਂ ਤਾਂ ਪੈਸੇ ਤਾਂ ਹੋ ਹੀ ਜਾਂਦੇ ਨੇ। ਪੈਸੇ ਤਾਂ ਨਾਲ ਨਾਲ ਚੱਲਣੇ ਨਹੀਂ ਕੋਈ। ਅਸੀਂ ਬੜੇ ਖਰਚੇ ਵੀ ਬਹੁਤ ਨੇ, ਇਨਕਮ ਵੀ ਬਹੁਤ ਹੈ, ਦੁਨੀਆਦਾਰੀ ਹੈਗੀ, ਪਾਰਟ ਆਫ ਲਾਈਫ। ਲੇਕਿਨ ਜਿਹੜੀ ਧਿਆਨ ਦੇਣ ਵਾਲੀ, ਜਿਹੜੀ ਤੁਸੀਂ ਇੱਕ ਗੱਲ ਸ਼ੁਰੂ ਦੇ ਵਿੱਚ ਹੀ ਚੱਕੀ ਹੈ ਕਿ ਅਲੱਗ-ਅਲੱਗ ਲਾਲਚ ਦੀ ਗੱਲ ਨਹੀਂ ਹੈ। ਇੱਕ ਬੈਨੀਫਿਟ ਕੋਈ ਦੇ ਰਿਹਾ ਤੇ ਠੀਕ ਹੈ, ਲੇਕਿਨ ਸਭ ਤੋਂ ਪਹਿਲਾਂ ਇਹ ਧਿਆਨ ਦੇਣਾ ਕਿ ਲਾਲਚ ਦੇ ਕਰਕੇ ਕੰਸਲਟੈਂਟ ਗਲਤ ਨਹੀਂ ਚੂਜ਼ ਕਰ ਲੈਣਾ ਵੀ ਕਿਤੇ 2-4 ਹਜ਼ਾਰ ਦਾ, 10 ਹਜ਼ਾਰ ਦਾ ਫਾਇਦਾ ਹੋ ਰਿਹਾ ਹੈਗਾ, ਕੋਈ ਬੈਨੀਫਿਟ ਹੈ ਤੇ ਉਸ ਕਰਕੇ ਉਸ ਕੰਸਲਟੈਂਟ ਨੂੰ ਚੂਜ਼ ਕਰ ਲਿਆ। ਕੰਸਲਟੈਂਟ ਧਿਆਨ ਨਾਲ ਚੁਣਨਾ। ਔਰ ਮੈਂ ਇਹ ਵੀ ਸੁਣਿਆ ਹੈਗਾ, ਗੱਲਾਂ ਅੰਦਰ ਦੀਆਂ ਕਈ ਤਰ੍ਹਾਂ ਦੀਆਂ ਪਤਾ ਲੱਗਦੀਆਂ ਨੇ ਕਿ ਜਿਸ ਤਰ੍ਹਾਂ ਕਈ ਕੰਪਨੀਆਂ ਕਰ ਲੈਂਦੀਆਂ ਜੀ, ਪਹਿਲਾਂ ਕੋਈ ਫੀਸ ਨਹੀਂ ਲੈਣੀ, ਬਾਅਦ ਦੇ ਵਿੱਚ ਲੈਣੀ ਹੈਗੀ ਹੈ, ਤੇ ਉਹ ਬਾਅਦ ਦੇ ਵਿੱਚ ਜ਼ਿਆਦਾ ਬਲੈਕਮੇਲਿੰਗ ਔਰ ਹਿਡਨ ਚਾਰਜਿਸ ਔਰ ਕਈ ਤਰ੍ਹਾਂ ਦੇ। ਕਿਉਂਕਿ ਕੰਸਲਟੈਂਟਸ ਵੀ ਨੈਚੁਰਲ ਹੈ, ਬਹੁਤ ਸਾਰੀਆਂ ਗੱਲਾਂ ਕੁਝ ਪਤਾ ਲੱਗਣਗੀਆਂ, ਬਹੁਤ ਸਾਰੀਆਂ ਗੱਲਾਂ ਦਾ ਆਮ ਆਦਮੀ ਨੂੰ, ਵਿਚਾਰੇ ਭੋਲੇ ਭਾਲੇ ਜਿਹੜੇ ਬੱਚੇ ਸਟੂਡੈਂਟਸ ਨੇ, ਈਵਨ ਪੇਰੈਂਟਸ ਨੇ, ਉਹਨਾਂ ਨੂੰ ਇਹ ਅੰਦਰ ਦੀਆਂ ਗੱਲਾਂ ਦਾ ਨਹੀਂ ਪਤਾ ਹੁੰਦਾ ਕਿਸ ਕਿਸ ਤਰੀਕੇ ਨਾਲ ਗੜਬੜੀਆਂ, ਠੱਗੀਆਂ ਹੋ ਸਕਦੀਆਂ ਨੇ। ਔਰ ਇੱਕ ਵਾਰੀ ਫਸਾ ਲਿਆ ਤੇ ਫਿਰ ਉਸ ਤੋਂ ਬਾਅਦ ਪਰੇਸ਼ਾਨ। ਔਰ ਉਸ ਦੇ ਬਾਵਜੂਦ ਚਲੋ ਕੰਮ ਵੀ ਹੋ ਗਿਆ, ਮੈਂ ਵੀਜ਼ਾ ਵੀ ਲੱਗ ਗਿਆ। ਉਸ ਤੋਂ ਬਾਅਦ ਦੀਆਂ ਕੀ ਫੈਸਿਲਿਟੀਜ਼ ਨੇ, ਜਿਹੜੇ ਪਿਛਲੇ ਲਾਈਵ ਸੈਸ਼ਨ 'ਚ ਵੀ ਪਿਛਲੇ ਗੱਲਬਾਤ ਕੀਤੀ ਸੀਗੀ। ਬਾਅਦ ਦੇ ਵਿੱਚ ਉੱਥੇ ਕੋਈ 에ਅਰਪੋਰਟ ਪੁੱਕਅਪ, ਰੈਜ਼ੀਡੈਂਸ ਅਰੇਂਜਮੈਂਟ, ਉੱਥੇ ਕੈਨੇਡਾ ਦੇ ਵਿੱਚ ਬੱਚਿਆਂ ਨੂੰ ਕੋਈ ਤਕਲੀਫ ਆ ਜਾਏ, ਕੈਨੇਡਾ ਦੇ ਆਫਿਸ, ICCRC ਮੈਂਬਰ ਜਿਹੜੇ ਕਿ ਲੀਗਲੀ ਆਥੋਰਾਈਜ਼ਡ ਬਾਈ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ, ਔਰ ਕੈਨੇਡਾ ਅੰਬੈਸੀ ਨਾਲ ਸਿੱਧੀ ਗੱਲਬਾਤ ਕਰਨ ਦੀ ਆਥੋਰਾਈਜੇਸ਼ਨ ਜਿਹੜੀ ਹੈ ਉਹਨਾਂ ਨੂੰ ਇਜਾਜ਼ਤ। ਔਰ ਪੜ੍ਹੇ ਲਿਖੇ, ਹਾਈਲੀ ਕੁਆਲੀਫਾਈਡ, ਰਿਕਗਨਾਈਜ਼ਡ, ਸਰਟੀਫਾਈਡ ਕੰਸਲਟੈਂਟ, ਜਿਹੜੇ ਕਿ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਜਿਹੜਾ ਹੈਗਾ ਇਮੀਗ੍ਰੇਸ਼ਨ ਇਜ਼ ਨਾਟ ਏ ਰੈਗੂਲੇਟਡ ਪ੍ਰੋਫੈਸ਼ਨ, ਕੋਈ ਵੀ ਕੰਮ ਕਰ ਸਕਦਾ ਹੈ। ਲੇਕਿਨ ਕੈਨੇਡਾ ਦੇ ਵਿੱਚ ਆਫਿਸ ਖੋਲ੍ਹਣ ਵਾਸਤੇ ਔਰ ਕੈਨੇਡਾ ਦੀ ਅੰਬੈਸੀ ਵਿੱਚ ਫਾਈਲਾਂ ਲਾਉਣ ਵਾਸਤੇ, ਇਮੀਗ੍ਰੇਸ਼ਨ ਮੈਟਰਸ ਨਾਲ ਡੀਲ ਕਰਨ ਵਾਸਤੇ ICCRC ਮੈਂਬਰਸ ਹੀ ਲੀਗਲੀ ਆਥੋਰਾਈਜ਼ਡ ਨੇ। ਇਹ ਜਿਹੜਾ ਇਮੀਗ੍ਰੇਸ਼ਨ ਇਜ਼ ਏ ਰੈਗੂਲੇਟਡ ਪ੍ਰੋਫੈਸ਼ਨ, ਉਸ ਦੇ ਵਾਸਤੇ ICCRC ਮੈਂਬਰ ਬਣਨਾ ਹੁੰਦਾ ਹੈ। ICCRC ਜਿਹੜੀ ਕੈਨੇਡਾ ਅੰਬੈਸੀ ਦੀ, ਜਿਹੜੀ ਕੈਨੇਡਾ ਗੌਰਮੈਂਟ ਦੀ ਡੈਜ਼ਿਗਨੇਟਿਡ ਬੋਡੀ ਹੈਗੀ ਹੈ, ਮੈਂਬਰ ਬਣਨ ਵਾਸਤੇ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਇਮੀਗ੍ਰੇਸ਼ਨ ਲਾ ਪਾਸ ਕਰਨਾ ਹੈ। IELTS ਜਿਹੜਾ 8777, ਔਰ ਉਸ ਤੋਂ ਬਾਅਦ ਲਾਇਸੈਂਸਿੰਗ ਐਗਜ਼ਾਮ ਪਾਸ ਕਰਕੇ ਔਰ ਇਹ ਮੈਂਬਰ ਬਣਦੇ ਆ। ਕੈਨੇਡਾ ਅੰਬੈਸੀ ICCRC ਲੇਟੈਸਟ ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ ਅਪਡੇਟਡ ਰੱਖਦੀ ਹੈ। ਇਮੀਗ੍ਰੇਸ਼ਨ ਲਾ ਦੇ ਵਿੱਚ IRPA, ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ, ਐਂਡ IRPR ਦਾ ਮਤਲਬ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਰੈਗੂਲੇਸ਼ਨਸ। ਇਹ ਦੋ ਲਾ ਜਿਹੜੇ ਨੇ, ਕਾਨੂੰਨ ਇਸ ਤਰ੍ਹਾਂ ਦੇ ਨੇ ਜਿਸ ਦੇ ਵਿੱਚ ਜਿਸ 'ਤੇ ਸਾਰਾ ਜਿਹੜਾ ਇਹ ਰੂਲਸ ਐਂਡ ਰੈਗੂਲੇਸ਼ਨ ਪਾਲਿਸੀਜ਼ ਕੈਨੇਡਾ ਜਿਹੜੀ ਇਹ ਵੀਜ਼ਾ ਦੀ ਪਾਲਿਸੀਜ਼ ਆਧਾਰਿਤ ਨੇ। ਸੋ ਉਹ ਸਾਰਾ ਇਮੀਗ੍ਰੇਸ਼ਨ ਲਾ ਦੇ ਵਿੱਚ ਪੜ੍ਹਨਾ
ਸੋ ਇਹ ਜਿਹੜਾ ਹੈ ਇਹ ਮੈਂ ਇਹ ਗੱਲ ਜਿਹੜੀ ਕਿ ਕਰਦੇ ਪਏ ਸੀਗੇ ਕਿ ਆਪਣਾ ਕੰਸਲਟੈਂਟ ਪੜ੍ਹਿਆ ਲਿਖਿਆ ਸਿਆਣਾ ਓਨੈਸਟ ਤਜਰਬੇਕਾਰ ਇਹ ਚੁਣਨਾ ਜ਼ਿਆਦਾ ਜ਼ਰੂਰੀ ਹੈਗਾ 2-4 10,000 ਦੀ ਲਾਲਚ ਦੇ ਵਿੱਚ ਨਹੀਂ ਆਉਣਾ ਚਾਹੀਦਾ ਜੀ। ਅੱਛਾ, ਹੁਣ ਸੈਮੀਨਾਰਸ ਦੀ ਕਿਉਂਕਿ ਗੱਲ ਚੱਲੀ ਆ, ਮੈਂ ਦੇਖਦੀ ਵੀ ਸੈਮੀਨਾਰਸ ਦੇ ਵਿੱਚ ਕਿੰਨੇ ਹੀ ਰਿਪਰੈਜ਼ੈਂਟਸ ਪਹੁੰਚੇ ਹੁੰਦੇ ਨੇ, ਅਲੱਗ-ਅਲੱਗ ਕਾਲਜਸ ਯੂਨੀਵਰਸਿਟੀਜ਼ ਉੱਥੇ ਪਹੁੰਚੀਆਂ ਹੁੰਦੀਆਂ ਨੇ, ਬਟ ਹੁਣ ਇੱਕ ਸਟੂਡੈਂਟਸ ਦੇ ਵਾਸਤੇ ਇਹ ਦੇਖਣਾ ਵੀ ਹਾਂਜੀ ਮੇਰੇ ਵਾਸਤੇ ਕੀ ਠੀਕ ਰਹੇਗਾ, ਕਿਉਂਕਿ ਹਰ ਇੱਕ ਨੇ ਤਾਂ ਦੇਖੋ ਆਪਣੀ ਪ੍ਰਮੋਸ਼ਨ ਵਾਸਤੇ ਆਪਣੇ ਆਪ ਨੂੰ ਚੰਗਾ ਦੱਸਣਾ, ਕੋਈ ਇਦਾਂ ਦਾ ਨਹੀਂ ਹੋਏਗਾ ਜਿਹੜਾ ਕਹੇ ਜੀ ਮੈਂ ਮਾੜਾ ਵੀ ਮੇਰੇ ਕੋਲ ਐਡਮਿਸ਼ਨ ਨਾ ਲਓ, ਹਰ ਕੋਈ ਚਾਹੁੰਦਾ ਮੇਰੇ ਕੋਲ ਸਟੂਡੈਂਟ ਆ ਜੇ, ਰਾਈਟ। ਬਟ ਸਟੂਡੈਂਟਸ ਦੇ ਵਾਸਤੇ ਬੈਸਟ ਕੀ ਹੈ ਉਸ ਟਾਈਮ, ਕਿਉਂਕਿ ਕੰਸਲਟੈਂਟ ਦੀ ਵੀ ਇੱਕ ਡਿਊਟੀ ਬਣ ਜਾਂਦੀ ਹੈ ਉਸ ਟਾਈਮ, ਕੰਸਲਟੈਂਟ ਦਾ ਵੀ ਫਰਜ਼ ਹੈ ਕਿ ਹਾਂਜੀ ਸਟੂਡੈਂਟ ਨੂੰ ਦੱਸਣਾ, ਗਾਈਡ ਕਰਨਾ ਜਾਂ ਨਹੀਂ। ਬਿਲਕੁਲ, ਦੇਖੋ ਕਵਿਤਾ ਜੀ ਕੁਝ ਦੁਨੀਆਦਾਰੀ ਦੇ ਲਿਮਿਟੇਸ਼ਨਸ ਹੁੰਦੀਆਂ ਨੇ, ਦੁਨੀਆਦਾਰੀ ਹੈਗੀ ਹੈ ਕਿ ਫੋਰ ਐਗਜ਼ਾਮਪਲ ਕਿ ਜਦੋਂ ਵੀ ਇਹ ਜਿਹੜੇ ਸੈਮੀਨਾਰਸ ਫੇਅਰਸ ਜਿਹਨੂੰ ਕਹਿ ਦਿੰਦੇ ਆ ਜਾਂ ਰੋਡ ਸ਼ੋਜ਼ ਵੀ ਕਹਿ ਦਿੰਦੇ ਆ, ਜਦੋਂ ਵੀ ਇਹ ਲੱਗਦੇ ਨੇ ਦਾ ਮਤਲਬ ਕਈ ਸ਼ਹਿਰਾਂ ਦੇ ਵਿੱਚ ਕਿਸੇ ਕੰਪਨੀ ਦੇ ਤੇ ਬਹੁਤ ਸਾਰੇ ਕਾਲਜਿਸ ਪਾਰਟਿਸਿਪੇਟ ਕਰਦੇ ਨੇ। ਉਸ ਦੇ ਵਿੱਚ ਮਕਸਦ ਇਹ ਹੈਗਾ ਕਿ ਮੰਨ ਲਓ ਕਿ 10 20 30 ਕਾਲਜਿਸ ਨੇ ਪਾਰਟਿਸਿਪੇਟ ਕੀਤਾ ਸੈਮੀਨਾਰ ਵਿੱਚ, ਅਲੱਗ-ਅਲੱਗ ਟੇਬਲ 'ਤੇ ਕਾਲਜਿਸ ਬੈਠੇ ਹੋਏ ਨੇ ਤੇ ਕੋਈ ਸਟੂਡੈਂਟ ਕਿਸੇ ਪਰਟੀਕੂਲਰ ਕਾਲਜ ਦੀ ਇਨਫੋਰਮੇਸ਼ਨ ਲੈਣਾ ਚਾਹੁੰਦਾ ਹੈ, ਜ਼ਿਆਦਾ ਡਿਟੇਲਡ ਨੌਲੇਜ ਲੈਣਾ ਚਾਹੁੰਦਾ ਹੈ, ਗੱਲਬਾਤ ਕਰਨਾ ਚਾਹੁੰਦਾ ਹੈ, ਉਸ ਕਾਲਜ ਕੋਲੇ ਜਾਵੇ ਔਰ ਆਪਣੀ ਜੋ ਵੀ ਕੋਈ ਪਰਟੀਕੂਲਰ ਇਨਫੋਰਮੇਸ਼ਨ ਜਾਂ ਜ਼ਿਆਦਾ ਡਿਟੇਲਡ ਨੌਲੇਜ ਉਸ ਦੇ ਨਾਲ ਬੈਠ ਕੇ ਡਿਸਕਸ ਕਰ ਲਵੇ, ਇਹ ਇੱਕ ਮਕਸਦ ਹੁੰਦਾ। ਲੇਕਿਨ ਕੀ ਹੁੰਦਾ ਹੈ ਕਿ ਬੱਚਾ ਜਿਹੜੇ ਸਟੂਡੈਂਟਸ ਨੇ ਜਾਂ ਪੇਰੈਂਟਸ ਨੇ 2-4-5 ਕਾਲਜਿਸ ਕੋਲੇ ਗਏ ਜਾਂ ਕੰਸਲਟੈਂਟ ਨੇ ਭੇਜ ਦਿੱਤਾ ਕਿ ਇਹਨਾਂ ਨੂੰ ਮਿਲ ਲਓ, ਤੇ ਉਹ ਕਈ ਵਾਰੀ ਹੁੰਦਾ ਕੀ ਹੈ ਕਿ ਕਾਲਜਿਸ ਨੇ ਆਪਣੇ ਕਾਲਜ ਦੀ ਹੀ ਇਨਫੋਰਮੇਸ਼ਨ ਦੇਣੀ ਹੈ, ਕਾਲਜ ਦੇ ਰਿਪਰੈਜ਼ੈਂਟੇਟਿਵ ਨੇ ਸਿਰਫ ਆਪਣੇ ਕਾਲਜ ਬਾਰੇ ਗੱਲ ਕਰਨੀ ਹੈ, ਹੋਰ ਕਾਲਜਾਂ ਬਾਰੇ ਗੱਲ ਕਰਨ ਦਾ ਉਹਨਾਂ ਦਾ ਤੁੱਕ ਨਹੀਂ ਬਣਦਾ, ਉਹਨਾਂ ਨੂੰ ਇਜਾਜ਼ਤ ਵੀ ਨਹੀਂ ਔਰ ਸੈਂਸ ਵੀ ਨਹੀਂ ਬਣਦੀ ਕਿ ਉਹ ਹੋਰ ਕਾਲਜਾਂ ਦੀ ਗੱਲ ਕਰੇ। ਉਹ ਦੇ ਆਰ ਓਨਲੀ ਲਿਮਿਟਿਡ ਟੂ ਦੇਅਰ ਓਨ ਕਾਲਜ ਕਿ ਸਾਡੇ ਕਾਲਜ ਵਿੱਚ ਆ ਪ੍ਰੋਗਰਾਮ ਨੇ, ਇਹ ਪ੍ਰੋਗਰਾਮਾਂ ਦੀ ਅਲੱਗ-ਅਲੱਗ ਫੀਸਾਂ ਨੇ ਔਰ ਇਹ ਬੈਨੀਫਿਟਸ ਨੇ, ਇਹਨਾਂ ਦੀ ਜਿਹੜੀਆਂ ਨੇ ਐਂਟਰੀ ਰਿਕੁਆਇਰਮੈਂਟਸ, ਐਡਮਿਸ਼ਨ ਰਿਕੁਆਇਰਮੈਂਟਸ ਨੇ, ਫੀਸ ਦੀ ਡਿਟੇਲਸ, ਕੋਈ ਸਕਾਲਰਸ਼ਿਪ ਹੈਗਾ ਉਹ ਜਾਂ ਜੋ ਵੀ ਇਨਫੋਰਮੇਸ਼ਨ ਸਾਰੀ ਦੇਣੀ ਹੈ। ਲੇਕਿਨ ਹੁਣ ਦੇਖਿਆ ਜਾਵੇ ਤਾਂ ਕਿਸੇ ਕਾਲਜ, ਮੰਨ ਲਓ ਲੈਂਪਟਨ ਕਾਲਜ ਦੇ ਅੱਜ ਦੇ ਦਿਨ ਗੱਲ ਕਰੀਏ, ਜਨਵਰੀ ਖਤਮ ਹੋ ਗਿਆ ਸੀ ਬਹੁਤ ਪਹਿਲਾਂ ਔਰ ਕਈ ਕਾਲਜਾਂ ਦੀਆਂ ਹੁਣ ਵੀ ਐਡਮਿਸ਼ਨਾਂ ਚੱਲਦੀਆਂ ਪਈਆਂ, ਜਨਵਰੀ ਦੀ ਐਡਮਿਸ਼ਨਾਂ ਚੱਲਦੀਆਂ ਪਈਆਂ। ਲੈਂਪਟਨ ਕਾਲਜ ਕੁਝ ਬੈਨੀਫਿਟਸ ਨੇ ਖਾਸ, ਜਨਵਰੀ ਬਹੁਤ ਪਹਿਲਾਂ ਬੰਦ ਹੋ ਗਏ, 2-3 ਮਹੀਨੇ ਪਹਿਲਾਂ, ਮਈ ਦੇ ਵੀ ਅੱਧੇ ਪ੍ਰੋਗਰਾਮ ਬੰਦ ਹੋ ਗਏ ਨੇ। ਸੋ ਇਹ ਜਿਹੜੇ ਨੇ ਉਹ ਇਸੇ ਤਰ੍ਹਾਂ ਅਲੱਗ-ਅਲੱਗ ਕਾਲਜਿਸ, ਕਈਆਂ ਦੀ ਸੀਟਾਂ ਖਤਮ ਹੋ ਗਈਆਂ, ਕਈਆਂ ਦੀ ਬਚੀਆਂ ਹੋਈਆਂ ਨੇ, ਕਈਆਂ ਦੀ ਰਿਕੁਆਇਰਮੈਂਟਸ ਅਲੱਗ-ਅਲੱਗ ਨੇ। ਜਿਸ ਤਰ੍ਹਾਂ ਕਿ ਗੱਲ ਕਰੀਏ ਹੁਣ ਨਾ ਤਾਂ ਸਟੂਡੈਂਟਸ ਨੂੰ ਇੰਨੀ ਡਿਟੇਲ ਦਾ ਪਤਾ ਔਰ ਕਾਲਜ ਨੇ ਆਪਣੇ ਬਾਰੇ ਦੱਸਣਾ, ਦੂਸਰੇ ਬਾਰੇ ਕੁਛ ਦੱਸਣਾ ਨਹੀਂ। ਫੋਰ ਐਗਜ਼ਾਮਪਲ ਇੱਕ ਘੁੰਡੀ ਦੀ ਗੱਲ ਕਰੀਏ ਕਿ +2 ਕਾਮਰਸ ਬੱਚੇ ਨੇ, ਜ਼ਿਆਦਾਤਰ 99% ਬੱਚੇ ਮੈਥਮੈਟਿਕਸ ਸਬਜੈਕਟ ਨਹੀਂ ਪੜ੍ਹਦੇ ਇੰਡੀਆ ਦੇ ਵਿੱਚ। ਜੀ ਔਰ ਕੈਨੇਡਾ ਦੇ ਆਲਮੋਸਟ ਸਾਰੇ ਕਾਲਜਿਸ ਯੂਨੀਵਰਸਿਟੀਜ਼ ਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਕਿ ਮੈਥਮੈਟਿਕਸ ਪੜ੍ਹਿਆ ਹੋਣਾ ਚਾਹੀਦਾ। ਲੇਕਿਨ ਮੈਂ ਐਜ਼ ਕੰਸਲਟੈਂਟ ਜਾਂ ਹੋਰ ਕੰਸਲਟੈਂਟਸ ਨੇ ਇਸ ਗੱਲ ਨੂੰ ਚੁੱਕਿਆ 5-7 10 ਸਾਲ 20 ਸਾਲ ਪਹਿਲਾਂ, 15 ਸਾਲ 18 ਸਾਲ ਪਹਿਲਾਂ ਕਿ ਸਾਡੇ ਇੰਡੀਆ ਦੇ ਕਾਮਰਸ ਵਾਲੇ ਬੱਚੇ ਨੇ ਬਿਜ਼ਨਸ ਜਾਂ ਅਕਾਊਂਟਿੰਗ ਦਾ ਪ੍ਰੋਗਰਾਮ ਲੈਣਾ ਹੈਗਾ ਤੇ ਤੁਸੀਂ ਕਹਿੰਦੇ ਹੋ ਮੈਥ ਚਾਹੀਦਾ, ਇੱਥੇ ਤਾਂ ਪੜ੍ਹਦੇ ਨਹੀਂ ਮੈਥ। ਸੋ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਏ ਮੈਥ ਦੀ ਰਿਕੁਆਇਰਮੈਂਟ ਨੂੰ ਵੇਵ ਆਫ ਕਰ ਦਿੱਤਾ। ਸੋ ਮੰਨ ਲਓ ਫੋਰ ਐਗਜ਼ਾਮਪਲ ਸ਼ੈਰੀਡਨ ਕਾਲਜ ਹੈਗਾ, ਸੈਨਿਕਾ ਕਾਲਜ ਹੈਗਾ, ਹੰਬਰ ਕਾਲਜ ਹੈਗਾ, ਕੁਆਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ ਹੈਗੀ ਹੈ, ਅਲੈਗਜ਼ੈਂਡਰ ਕਾਲਜ ਹੈਗਾ, ਕਿਸੇ ਦਾ ਵੀ ਨਾਂ ਲੈ ਲਓ, 10 ਵਿੱਚੋਂ 9 ਕਾਲਜਿਸ ਵੇਵ ਆਫ ਕਰ ਦਿੰਦੇ, ਕੋਈ ਪ੍ਰੋਬਲਮ ਨਹੀਂ, ਆਪਣਾ ਬਿਜ਼ਨਸ ਦੇ ਅਕਾਊਂਟਿੰਗ ਦੇ ਪ੍ਰੋਗਰਾਮ ਵਿੱਚ ਐਡਮਿਸ਼ਨ ਦੇ ਦਿੱਤੀ। ਠੀਕ ਹੈ। ਲੇਕਿਨ ਯੂਨੀਵਰਸਿਟੀ ਆਫ ਰਜਾਈਨਾ ਹੈਗੀ ਹੈ ਔਰ UFV ਯੂਨੀਵਰਸਿਟੀ ਆਫ ਰੇਜ਼ਰ ਵੈਲੀ, ਇਹ ਦੋ ਨੇ ਖਾਸ ਤੌਰ 'ਤੇ, ਹੋਰ ਵੀ ਹੋਣਗੀਆਂ, ਲਿਸਟ ਤਾਂ ਬੜੀ ਲੰਬੀ ਚੌੜੀ ਹੁੰਦੀ ਹੈ, ਪਰ ਮੂੰਹ ਜ਼ਬਾਨੀ ਦੀ ਗੱਲ ਕਰੀਏ ਦੋ ਨੇ, ਇੱਕ ਐਗਜ਼ਾਮਪਲ ਦੇ ਰਹੇ ਆਪਾਂ ਕਿ ਇਹ ਦੋ ਨੇ ਜਿਹੜੇ ਕਿ ਮੈਥ ਦੀ ਰਿਕੁਆਇਰਮੈਂਟ ਨੂੰ ਵੇਵ ਆਫ ਨਹੀਂ ਕਰਦੇ ਔਰ ਜਦੋਂ ਅਸੀਂ ਡਾਕੂਮੈਂਟ ਭੇਜੀਏ ਤੇ ਐਡਮਿਸ਼ਨ ਦੇ ਦੇਣਗੇ, ਕੰਡੀਸ਼ਨਲ ਐਡਮਿਸ਼ਨ, ਔਰ ਉਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਉੱਥੇ ਆ ਕੇ ਮੈਥ ਪੜ੍ਹਨਾ ਪਏਗਾ। ਠੀਕ ਹੈ। ਸੋ ਉਹ ਜਦੋਂ ਕੰਡੀਸ਼ਨ ਲੱਗੀ ਤੇ ਇੱਕ ਅੱਗੇ ਦੀ ਗੱਲ ਕੀ ਕਿ ਉਹ ਜਿਹੜੀ ਆਪਾਂ ਕੈਨੇਡਾ ਐਮਬੈਸੀ ਦੀ ਵੈਬਸਾਈਟ ਤੋਂ ਜਦੋਂ ਸਟੱਡੀ ਪਰਮਿਟ ਚੈੱਕਲਿਸਟ ਲਈਏ ਕਿ ਐਮਬੈਸੀ 'ਚ ਵਾਸਤੇ ਅਪਲਾਈ ਕਰਨਾ ਵੀਜ਼ਾ ਵਾਸਤੇ ਐਮਬੈਸੀ ਦੇ ਵਿੱਚ, ਤੇ ਉਹ ਚੈੱਕਲਿਸਟ ਦੇ ਹਿਸਾਬ ਨਾਲ ਡਾਕੂਮੈਂਟ ਲਾਉਣੇ ਆ। ਚੈੱਕਲਿਸਟ ਅਗਰ ਡਾਊਨਲੋਡ ਕਰਕੇ ਦੇਖੋਗੇ ਉਸ ਦੇ ਵਿੱਚ ਲਿਖਿਆ ਹੋਇਆ ਇੱਕ ਗੱਲ ਹੈਗੀ ਜ਼ਰੂਰੀ ਕਿ ਆਫਰ ਲੈਟਰ ਜਿਹੜੀ ਹੈ ਸ਼ੁੱਡ ਬੀ ਅਨਕੰਡੀਸ਼ਨਲ। ਠੀਕ ਹੈ। ਕੰਡੀਸ਼ਨਲ ਨਹੀਂ, ਜਦੋਂ ਉੱਥੇ ਕੰਡੀਸ਼ਨਲ ਦੇ ਦਿੱਤੀ ਉਹਨਾਂ ਨੇ
ਤੇ ਉਹ ਫਿਰ ਵੀਜ਼ਾ ਰਿਫਿਊਜ਼ ਹੋਏਗਾ। 99% ਜ਼ਿਆਦਾ ਚਾਂਸ ਹੈ ਵੀਜ਼ਾ ਰਿਫਿਊਜ਼ ਹੋਏਗਾ। ਔਰ ਮੰਨ ਲਓ ਲੱਗ ਵੀ ਗਿਆ ਗਲਤੀ ਨਾਲ ਤੇ ਉੱਥੇ ਜਾ ਕੇ ਜਦੋਂ ਮੈਥ ਪੜ੍ਹਨਾ ਪੈਂਦਾ ਬੱਚਿਆਂ ਨੂੰ, ਉਹ ਪਾਸ ਹੀ ਨਹੀਂ ਹੁੰਦਾ। ਉਹ ਮੈਥ ਪਾਸ ਕਰੇਗਾ ਤੇ ਅੱਗੇ ਦਾ ਮੇਨ ਕੋਰਸ ਜਿਹੜਾ ਬਿਜ਼ਨਸ ਦਾ ਕਰੇਗਾ, ਪਹਿਲਾਂ ਤਾਂ ਉਹਨੂੰ 4 ਕੁ ਮਹੀਨੇ ਟਾਈਮ ਲਾਉਣਾ ਪਏਗਾ, ਉਸ ਦੀ ਫੀਸ ਅਲੱਗ ਦੇਣੀ ਪਏਗੀ, ਔਖਾ ਸੌਖਾ ਹੋ ਕੇ ਪਾਸ ਨਹੀਂ ਹੋਏਗਾ ਤੇ ਉਹ ਕੰਮ ਖਰਾਬ ਹੋ ਜਾਏਗਾ। ਔਰ ਉੱਥੇ ਸਾਡੇ ਕੈਨੇਡਾ ਆਫਿਸਿਸ ਦੇ ਵਿੱਚ ਇਹੋ ਜਿਹੇ ਬਹੁਤ ਬੱਚਿਆਂ ਦੇ ਆਉਂਦੇ ਨੇ ਕਿ ਜੀ ਸਾਨੂੰ ਕਿਸੇ ਕੰਸਲਟੈਂਟ ਨੇ ਭੇਜ ਦਿੱਤਾ ਤੇ ਸਾਨੂੰ ਬੜੀ ਦਿੱਕਤ ਆ ਰਹੀ ਹੈ, ਪਾਸ ਹੀ ਨਹੀਂ ਹੋ ਰਿਹਾ। ਔਰ ਅਗਰ ਪਾਸ ਹੋ ਵੀ ਗਿਆ, ਇੰਨਾ ਖਰਚਾ ਤੇ ਟਾਈਮ ਦੀ ਖਰਾਬੀ। ਸੋ ਅਸੀਂ ਤਾਂ ਖੈਰ ਇਹ ਫਿਰ ਇਸ ਚੀਜ਼ ਨੂੰ ਧਿਆਨ 'ਚ ਦੇ ਕੇ ਅਸੀਂ ਕੰਡੀਸ਼ਨਸ ਸ਼ੁੱਡ ਬੀ ਮੈਟ ਦਾ ਮਤਲਬ ਰਿਕੁਆਇਰਮੈਂਟ ਮੀਟ ਹੁੰਦੀਆਂ ਨੇ ਫਿਰ ਹੀ ਉਸ ਕਾਲਜ 'ਚ ਭੇਜਣਾ। ਜੇ ਕਿਸੇ ਨੇ ਮੈਥ ਕੀਤਾ ਫਿਰ ਕੋਈ ਦਿੱਕਤ ਨਹੀਂ, UFV ਭੇਜ ਦਿਓ, ਯੂਨੀਵਰਸਿਟੀ ਆਫ ਰਜਾਈਨਾ ਭੇਜ ਦਿਓ, ਠੀਕ ਹੈ। ਇਸੇ ਤਰੀਕੇ ਨਾਲ ਕਈ ਵਾਰੀ ਐਡਮਿਸ਼ਨ ਕਰਵਾ ਦਿੰਦੇ ਆ ਕਿ ਕਿਸੇ ਪ੍ਰੋਗਰਾਮ ਦੀ ਰਿਕੁਆਇਰਮੈਂਟ 6.5 ਨਾਟ ਲੈਸ ਦੈਨ 6 ਹੈ, ਬੱਚੇ ਦੇ ਹੈਗੇ ਨੇ 6 ਈਚ। ਸੋ ਉਸ ਦੇ ਵਿੱਚ ESL ਦਾ ਮਤਲਬ ਅੰਗਰੇਜ਼ੀ ਦੇ ਕੋਰਸ ਦੀ ਕੰਡੀਸ਼ਨ ਲੱਗੀ ਕਿ ਉੱਥੇ ਆ ਕੇ ਕੁਝ 4 ਮਹੀਨੇ ਤੁਸੀਂ ਅੰਗਰੇਜ਼ੀ ਦਾ ਕੋਰਸ ਪੜ੍ਹਨਾ ਹੈ। ਉਸ ਤੋਂ ਬਾਅਦ ਤੁਸੀਂ ਫਿਰ ਇਹ ਕੁਝ ਨੌਲੇਜ ਲੈ ਕੇ ਫਿਰ ਅਗਲੇ ਮੇਨ ਕੋਰਸ ਕਰਨਾ ਹੈ। ਫਿਰ ਅਗੇਨ ਕਿ ਕੰਡੀਸ਼ਨਲ ਆ ਗਈ, ਉਹਦੇ ਵਿੱਚ ਕੰਡੀਸ਼ਨ ਲਿਖਿਆ ਉਹ ਗਲਤ ਹੈ। ਬੜੇ ਸਾਰੇ ਕਾਲਜਿਸ ਨੇ ਗ੍ਰੈਜੂਏਟਸ ਔਰ ਈਵਨ ਮਾਸਟਰਸ ਨੂੰ ਵੀ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਦਿੰਦੇ ਨੇ ਓਵਰਆਲ 6 ਨਾਟ ਲੈਸ ਦੈਨ 5.5 ਦੇ ਨਾਲ ਵੀ। ਅੱਛਾ, ਤੇ ਆਪਾਂ ਫਿਰ ਉਸ ਦੇ ਵਿੱਚ ਕਿਉਂ ਐਡਮਿਸ਼ਨ ਲੈਣੀ ਜਿਸ ਦੇ ਵਿੱਚ ਜ਼ਿਆਦਾ ਆਈਲਟਸ ਬੈਂਡ ਦੀ ਰਿਕੁਆਇਰਮੈਂਟ ਹੈਗੀ ਹੈ ਔਰ ਸਾਨੂੰ ਉੱਥੇ ਜਾ ਕੇ ESL ਕਰਨਾ ਪੈਣਾ। ਹਾਂ, ESL ਤੁਸੀਂ ਸੁਜੈਸਟ ਨਹੀਂ ਕਰਦੇ ਵੀ? ਨਾਟ ਐਟ ਆਲ। ਦੇਖੋ ਇੰਡੀਆ ਵਾਸਤੇ ਅਲਾਉਡ ਹੀ ਨਹੀਂ ਹੈ। ਐਮਬੈਸੀ ਵਿੱਚ ਕੈਨੇਡਾ ਐਮਬੈਸੀ ਵੱਲੋਂ ਇੰਡੀਆ ਦੇ ਵਾਸਤੇ ESL ਅਲਾਉਡ ਨਹੀਂ ਹੈਗਾ। ਕਿਉਂ? ਕਿ ਉਹਨਾਂ ਨੂੰ ਪਤਾ ਹੈ ਕਿ ਇੰਡੀਆ ਦੇ ਵਿੱਚ ਅੰਗਰੇਜ਼ੀ ਦੀ ਕੋਈ ਦਿੱਕਤ ਨਹੀਂ ਹੈ। ਪਹਿਲੀ ਗੱਲ ਤਾਂ ਬੱਚੇ CBSE ICSE ਔਰ ਅੱਛੇ ਬੋਰਡ ਤੋਂ ਅੱਛੀ ਇੰਗਲਿਸ਼ ਦਾ ਲੈਵਲ ਇੰਨਾ ਹਾਈ ਆ, ਉਹਨਾਂ ਨੂੰ ਜਿੰਨੀ ਇੰਗਲਿਸ਼ ਦਾ ਲੈਵਲ ਚਾਹੀਦਾ ਹੈ, ਜਿੰਨੇ ਮੰਨ ਲਓ ਕਿ 1 ਲੱਖ ਬੱਚਾ ਚਾਹੀਦਾ ਤੇ 3 ਲੱਖ ਬੱਚਿਆਂ ਦੀ ਐਪਲੀਕੇਸ਼ਨਾਂ ਜਾਂਦੀਆਂ ਨੇ ਆਲਰੇਡੀ, ਤੇ ਉਹ ESL ਦਾ ਕੋਈ ਸਵਾਲ ਹੀ ਨਹੀਂ ਹੈ। ਉਹ ਕਹਿੰਦੇ ਨੇ ਕਿ ਤੁਸੀਂ ਅੰਗਰੇਜ਼ੀ ਦੀ ਜਿਹੜੀ ਕੰਡੀਸ਼ਨ ਮੀਟ ਕਰਕੇ ਹੀ ਐਡਮਿਸ਼ਨ ਲਓ, ਸੋ ਵੀਜ਼ਾ ਨਹੀਂ ਲੱਗਣਾ। ਠੀਕ ਹੈ, ਬਿਲਕੁਲ। ਸੋ ਮੁੱਕਦੀ ਗੱਲ ਇਹ ਕਿ ਜਿਹੜੀ ਗੱਲ ਚੱਲ ਰਹੀ ਸੀ ਕਿ ਕਾਲਜਿਸ ਜਿਹੜੇ ਨੇ ਆਪਣੀ ਦਿੰਦੇ ਨੇ, ਉਹ ਤਾਂ ਕਹਿ ਦਿੰਦੇ ਲਓ ਜੀ ਸਾਡੇ ਕੋਲ ਐਡਮਿਸ਼ਨ ਲਓ, ESL ਲਾ ਲਓ, ਐਡਮਿਸ਼ਨ ਲਓ ਤੇ ਮੈਥ ਦੀ ਰਿਕੁਆਇਰਮੈਂਟ ਦੀ ਕੰਡੀਸ਼ਨ ਲਾ ਕੇ ਅਸੀਂ ਤੁਹਾਨੂੰ ਐਡਮਿਸ਼ਨ ਦੇ ਦਿੰਦੇ। ਜਿਹੜਾ ਕੰਸਲਟੈਂਟ ਜਿਸ ਦੇ ਵਾਸਤੇ ਜਿਹੜੀ ਕੰਪਨੀ ਹੈਗੀ ਆ, ਜਿਸ ਨੂੰ ਆਪਣੀ ਰੈਪੂਟੇਸ਼ਨ ਦਾ ਸਵਾਲ ਹੈ, ਜਿਹੜੇ ਕੰਸਲਟੈਂਟ ਨੂੰ ਇਹ ਪਤਾ ਹੈ ਕਿ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ, ਕਰੀਅਰ ਦਾ ਸਵਾਲ ਹੈ, ਜਿਸ ਦੇ ਮੂੰਹ ਨੂੰ, ਜਿਸ ਦੇ ਫੇਸ ਵੈਲਿਊ ਤੇ ਜਿਸ ਦੀ ਕਦਰ ਕਰਕੇ, ਜਿਸ ਦੀ ਵੈਲਿਊ ਕਰਕੇ ਸਟੂਡੈਂਟਸ ਪੇਰੈਂਟਸ ਉੱਥੇ ਇਸ ਕੰਪਨੀ ਦੇ ਵਿੱਚ ਜਾਂਦੇ ਨੇ, ਉਸ ਕੰਸਲਟੈਂਟ ਨੂੰ ਅਗਰ 100 ਕਾਲਜ ਨੇ, 100 ਕਾਲਜ ਦੀ ਸਾਰੀ ਨੌਲੇਜ ਹੁੰਦੀ ਹੈ, ਸਾਰੀਆਂ ਲਿਸਟਾਂ ਬਣੀਆਂ ਹੁੰਦੀਆਂ ਨੇ, ਕਿਸ ਦੀ ਆਈਲਟਸ ਰਿਕੁਆਇਰਮੈਂਟ ਕਿੰਨੀ ਹੈ, ਜਿੱਦਾਂ ਮੈਨੂੰ ਮੁਝਵਾ ਨਹੀਂ ਯਾਦ ਨਹੀਂ ਜ਼ਿਆਦਾਤਰ ਜੀ। ਸੋ ਕਿਹਦੀ ਕਿੰਨੀ ਰਿਕੁਆਇਰਮੈਂਟ ਹੈਗੀ ਹੈ ਔਰ ਕਿੰਨੀ ਫੀਸ ਹੈਗੀ ਹੈ। ਅਗਰ ਕੋਈ ਅਫੋਰਡ ਨਹੀਂ ਕਰਦਾ, ਘੱਟ ਫੀਸ ਵਾਲੇ ਕਾਲਜਿਸ, ਯੂਨੀਵਰਸਿਟੀਜ਼ ਔਰ ਕੋਰਸਿਸ ਔਰ ਨੌਲੇਜ ਇਜ਼ ਪਾਵਰ, ਇੱਕੋ ਹੀ ਨਾਲ ਦੇ ਕਾਲਜ ਦੇ ਵਿੱਚ ਕਿਸੇ ਦੀ ਕੋਰਸ ਦੀ 2 ਸਾਲ ਦੀ ਫੀਸ $32,000 ਹੈ, ਨਾਲ ਹੀ ਦੂਜਾ ਕਾਲਜ ਹੈਗਾ ਉਸ ਦੀ $25,000 ਹੈ। ਹੁਣ ਉਸੇ ਤਰੀਕੇ ਨਾਲ ਬੜੀ ਸਾਰੀ ਕੰਪਨੀਆਂ 20, 30, 50,000 ਲੱਖਾਂ ਰੁਪਏ ਲੈਂਦੀਆਂ ਨੇ। ਸਾਡੀ ਕੰਪਨੀ ਜ਼ਿਆਦਾਤਰ $2,000 ਸਿਲੈਕਟਡ ਕੇਸਿਸ, ਜਿਹੜੇ ਚੰਗੇ ਕੇਸਿਸ ਜਾਂ ਰਿਫਿਊਜ਼ਡ ਨਹੀਂ ਹੈਗੇ, $2,000 ਓਨਲੀ ਜਿਹੜੀ ਹੈ ਫੀਸ, ਔਰ ਉਹ ਵੀ ਜਿਹੜੀਆਂ ਜਿੰਨੀਆਂ ਵੀ ਸੈਮੀਨਾਰਸ ਦੇ ਵਿੱਚ ਵੇਵਡ ਆਫ ਨਹੀਂ ਲੈਂਦੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਨਹੀਂ ਚੰਗੀ, ਇਹ ਤਾਂ ਬੈਸਟ, ਵਨ ਆਫ ਦਾ ਬੈਸਟ ਕੰਪਨੀਜ਼, ICCRC ਮੈਂਬਰ 2003 ਤੋਂ, ਪਰਸਨਲ ਕੇਅਰ ਐਂਡ 100% ਓਨੈਸਟੀ। ਸੋ ਇਹ ਜਿਹੜੀ ਸਾਨੂੰ ਨੌਲੇਜ ਹੈਗੀ ਹੈ, ਅਸੀਂ ਫਿਰ ਉਹਨਾਂ ਨੂੰ ਸਟੂਡੈਂਟਸ ਨੂੰ ਗਾਈਡ ਕਰਦੇ ਹਾਂ। ਸਾਡੀ ਗਾਈਡੈਂਸ ਨਾਲ ਸਟੂਡੈਂਟਸ ਜਿਹੜੇ ਚੰਗੇ, ਜਿਹੜੇ ਬੱਚੇ ਸਿਆਣੇ, ਪੇਰੈਂਟਸ ਸੋਚੇ ਸਮਝ ਕੇ ਜਦੋਂ ਚੱਲਦੇ ਨੇ, ਆਪਣੇ ਕੰਸਲਟੈਂਟ ਦੀ ਰਾਏ ਦੇ ਨਾਲ ਚੱਲਦੇ ਨੇ ਕਿ ਕਾਲਜਿਸ ਨਾਲ ਮਿਲ ਕੇ ਵੀ ਕਿ ਇਹ ਕਾਲਜ ਆ ਕਹਿੰਦਾ ਪਿਆ, ਆਹ ਕਾਲਜ ਆ ਕਹਿੰਦਾ ਪਿਆ, ਇਹ ਕਾਲਜ ਇਹ ਕਹਿੰਦਾ ਪਿਆ, ਤੁਸੀਂ ਦੱਸੋ ਕੀ ਕਰਨਾ। ਬਿਲਕੁਲ। ਸੋ ਉਹ ਸਾਰੀ ਡਿਸਕਸ਼ਨ ਕਰਕੇ ਉਸ ਦੇ ਵਿੱਚ ਫਿਰ ਅਸੀਂ ਦੱਸਾਂਗੇ ਕਿ ਆਹ ਪ੍ਰੋਬਲਮ ਹੈ, ਇੱਥੇ ਠੀਕ ਹੈ, ਇੱਥੇ ਨਹੀਂ ਠੀਕ ਹੈ, ਤੁਸੀਂ ਆਹ ਲਓ, ਆਹ ਨਾ ਲਓ। ਠੀਕ ਹੈ। ਸੋ ਉਹ ਸਾਰੀ ਸਲਾਹ ਮਸ਼ਵਰਾ ਕਰਕੇ, ਖਾਸ ਤੌਰ 'ਤੇ ਆਪਣਾ ਕੰਸਲਟੈਂਟ ਤੁਹਾਡਾ ਜਿਹੜਾ ਹੈਗਾ, ਉਹ ਜਿਹੜਾ ਹੈ ਕਿ ਕਹਿੰਦੇ ਆ ਮਾਝੀ ਦਾ ਮਤਲਬ ਇਹ ਹੈ ਕਿ ਤੁਹਾਡੀ ਪਤਵਾਰ ਫੜ ਕੇ ਤੁਹਾਨੂੰ ਰਾਹ ਦਿਖਾਉਣ ਵਾਲਾ, ਤੁਹਾਡੀ ਨਈਆ ਪਾਰ ਕਰਾਉਣ ਵਾਲਾ ਹੀ ਹੁੰਦਾ ਹੈ। ਇਹ ਜਨਰਲ ਗੱਲ ਵਾਲੇ ਵੀ ਬੜੇ ਹੈਗੇ ਨੇ। ਬਿਲਕੁਲ। ਦੇਖੋ ਉਹ ਤਾਂ ਫਿਰ ਉਹੀ, ਉਹ ਤਾਂ ਬੜਾ ਹੋਰ, ਦੇਖੋ ਅਨਫੋਰਚੂਨੇਟ ਹੈਗਾ, ਉਹ ਤਾਂ ਬੜੀਆਂ ਲੰਬੀਆਂ ਗੱਲਾਂ ਨੇ ਕਿ ਕਰਨਾ ਨਹੀਂ ਚਾਹੀਦਾ। ਔਰ ਉਹੀ ਬੱਚਿਆਂ ਦੀ ਫਿਊਚਰ ਦਾ, ਕਰੀਅਰ ਦਾ ਸਵਾਲ ਹੈ। ਔਰ ਉਹੀ ਗੱਲ ਹੁੰਦੀ ਹੈ ਕਿ ਜੇ ਸਾਹਮਣੇ ਕੋਈ ਹੋਰ ਬੈਠਾ ਹੈ, ਕੋਈ ਵੀ ਪ੍ਰੋਫੈਸ਼ਨ ਵਾਲਾ, ਉਹ ਕਹਿੰਦਾ ਮੇਰੇ ਬੱਚੇ ਨੇ ਬਾਹਰ ਜਾਣਾ, ਮੈਨੂੰ ਤਾਂ ਬਿਲਕੁਲ 100% ਸਹੀ ਹੋਣਾ ਚਾਹੀਦਾ, ਮੇਰੇ ਨਾਲ ਗਲਤ ਨਾ ਹੋਵੇ, ਭਾਵੇਂ ਅਗਲੇ ਦਿਨ ਦੂਜਾ ਆਪਣੇ ਕਲਾਇੰਟ ਨਾਲ ਗਲਤੀ ਕਰ ਦੇਵੇ। ਆਪਾਂ ਸਾਰੇ ਰਲ ਕੇ ਇਹ ਸਹੁੰ ਚੱਕੀਏ ਕਿ ਆਪਾਂ
ਗਲਤ ਕੰਮ ਨਹੀਂ ਕਰਨਾ, 100% ਓਨੈਸਟੀ ਟਰਾਂਸਪੇਰੈਂਸੀ, ਰੱਬ ਦੇ ਬੰਦੇ ਬਣ ਕੇ ਰੱਬ ਜੀ ਨੂੰ ਹਾਜ਼ਰ ਜੀ ਨਾਜ਼ਰ ਮੰਨ ਕੇ ਕੰਮ ਕਰੀਏ। ਸੋ ਇਹ ਯਾਨੀ ਕਿ ਨੌਲੇਜ ਦੀ ਕਮੀ ਹੈ ਕੰਸਲਟੈਂਟ ਨੂੰ ਕਿ ਹਾਂਜੀ ਸਾਡੇ ਜਿਹੜੇ ਗ੍ਰੈਜੂਏਸ਼ਨ ਪਾਸ ਸਟੂਡੈਂਟਸ ਨੇ ਅਸੀਂ ਉਹਨਾਂ ਨੂੰ ਤੁਸੀਂ ਦੇਣਾ ਜੀ ਪ੍ਰੋਗਰਾਮ ਪੀਜੀ ਜਾਂ ਪੀਜੀ ਸੈਕੰਡਰੀ ਦੇ ਵਿੱਚ ਵੀ ਆ ਰਿਹਾ ਹੈਗਾ, ਇਹਦੇ ਵਿੱਚ ਵੀ ਫਰਕ ਹੈਗਾ? ਦੇਖੋ ਦੋ ਹੀ ਕੋਰਸਿਸ ਨੇ, ਜਾਂ ਤਾਂ ਪੋਸਟ ਸੈਕੰਡਰੀ, ਉਸ ਦੇ ਵਿੱਚ ਜਦੋਂ ਕੋਰਸ ਹੁੰਦਾ ਨਾ ਉਸ ਨੂੰ ਜਦੋਂ ਆਪਾਂ ਕਿਸੇ ਕਾਲਜ ਦੇ ਵਿੱਚ ਕੋਰਸ ਹੈਗਾ ਕਿ ਮੰਨ ਲਓ ਕਿ ਸ਼ੈਰੀਡਨ ਕਾਲਜ ਦੇ ਵਿੱਚ ਬਿਜ਼ਨਸ ਅਕਾਊਂਟਿੰਗ ਦਾ ਕੋਰਸ ਦੱਸਤਾ ਮੈਂ, ਸੋ ਤੁਸੀਂ ਇੰਟਰਨੈਟ ਤੇ ਗੂਗਲ ਤੇ ਪਾਣਾ ਹੈ ਸ਼ੈਰੀਡਨ ਕਾਲਜ ਬਿਜ਼ਨਸ ਅਕਾਊਂਟਿੰਗ, ਕਾਲਜ ਦਾ ਨਾਂ, ਕੋਰਸ ਦਾ ਨਾਂ, ਉਹ ਸਰਚ ਕਰਨਾ ਤੇ ਉਹ ਕਾਲਜ ਦੀ ਉਸ ਪੇਜ ਤੇ ਵੈਬਸਾਈਟ ਤੇ ਚਲਾ ਜਾਏਗਾ ਜਿੱਥੇ ਉਹ ਕੋਰਸ ਦੀ ਡਿਟੇਲ ਦਿੱਤੀ, ਉਸ ਦੇ ਵਿੱਚ ਲਿਖਿਆ ਹੁੰਦਾ ਐਡਮਿਸ਼ਨ ਰਿਕੁਆਇਰਮੈਂਟ ਕੀ ਹੈ, ਲਿਖਿਆ ਹੋਏਗਾ ਕਿ ਬੱਚੇ ਗ੍ਰੈਜੂਏਸ਼ਨ ਜ਼ਰੂਰੀ ਹੈ, ਡਿਗਰੀ ਜ਼ਰੂਰੀ ਹੈ। ਗ੍ਰੈਜੂਏਸ਼ਨ ਦਾ ਮਤਲਬ ਜਦੋਂ 12ਵੀਂ ਤੋਂ ਬਾਅਦ 3 ਸਾਲ ਦਾ ਡਿਪਲੋਮਾ ਕਰਦੇ ਉਸ ਨੂੰ ਵੀ ਗ੍ਰੈਜੂਏਸ਼ਨ ਹੀ ਕਰ ਦਿੰਦੇ ਆ, ਪੋਸਟ ਗ੍ਰੈਜੂਏਟ ਪ੍ਰੋਗਰਾਮ ਮਿਲ ਜਾਂਦਾ ਹੈ, ਠੀਕ ਹੈ। ਔਰ 3 ਸਾਲ ਦੀ ਡਿਗਰੀ ਕੀਤੀ ਹੈ BA ਜਾਂ BCom ਵਗੈਰਾ, ਉਸ ਤੋਂ ਬਾਅਦ ਵੀ ਉਹਨੂੰ ਗ੍ਰੈਜੂਏਟ ਕਹਿੰਦੇ ਆਪਾਂ, ਪੋਸਟ ਗ੍ਰੈਜੂਏਟ ਮਿਲ ਜਾਂਦਾ ਤੇ ਉਹ ਉਸ ਦੇ ਵਾਸਤੇ ਡਿਗਰੀ ਚਾਹੀਦੀ ਹੈ ਤਾਂ ਪੋਸਟ ਉੱਥੇ ਲਿਖਿਆ ਹੁੰਦਾ ਗ੍ਰੈਜੂਏਟ ਸਰਟੀਫਿਕੇਟ ਪ੍ਰੋਗਰਾਮ ਕਿ ਇਹ ਪੋਸਟ ਗ੍ਰੈਜੂਏਟ ਕਹਿੰਦੇ ਆਪਾਂ ਇਹਨੂੰ, ਠੀਕ ਹੈ। ਔਰ ਇੱਕ ਹੈਗਾ ਪੋਸਟ ਸੈਕੰਡਰੀ ਜਿਸ ਦੇ ਵਿੱਚ ਲਿਖਿਆ ਹੁੰਦਾ ਕਿ 12ਵੀਂ ਪਾਸ ਬੱਚੇ ਨੂੰ ਅਸੀਂ ਐਡਮਿਸ਼ਨ ਦੇ ਦਾਂਗੇ, ਸੋ ਉਹ ਹੈਗਾ ਪੋਸਟ ਸੈਕੰਡਰੀ। ਸੋ ਗ੍ਰੈਜੂਏਟ ਬੱਚੇ ਹਮੇਸ਼ਾ ਇੱਕ ਫਾਰਮੂਲਾ ਹੈਗਾ ਗ੍ਰੈਜੂਏਟ, ਦੈਟ ਮੇਕ ਸੈਂਸ ਕਿ ਗ੍ਰੈਜੂਏਟ ਪੋਸਟ ਗ੍ਰੈਜੂਏਟ ਵਿੱਚ ਹੀ ਜਾਣਗੇ, ਪੋਸਟ ਸੈਕੰਡਰੀ ਦੇ ਵਿੱਚ ਨਹੀਂ ਜਾਣਾ ਕਿਉਂਕਿ ਉਹ ਲੋਅਰ ਲੈਵਲ ਦਾ ਕੋਰਸ ਹੈ। ਗ੍ਰੈਜੂਏਸ਼ਨ ਕਰਕੇ 12ਵੀਂ ਵਾਲੇ ਕੋਰਸਿਸ ਵਾਸਤੇ ਕਿਉਂ ਜਾਣਾ? ਔਰ ਇੱਕ ਟੈਕਨੀਕਲੀ ਅਗਰ ਸਿੰਪਲ ਭਾਸ਼ਾ 'ਚ ਗੱਲ ਕਰੀਏ ਤਾਂ ਗ੍ਰੈਜੂਏਟ ਨੂੰ ਅਗਰ ਪੋਸਟ ਸੈਕੰਡਰੀ ਪ੍ਰੋਗਰਾਮ ਦਿੱਤਾ ਔਰ ਅਗਰ ਗਲਤੀ ਨਾਲ ਵੀਜ਼ਾ ਲੱਗ ਗਿਆ ਤੇ ਉੱਥੇ ਬੱਚਾ ਜਿਹੜਾ ਗ੍ਰੈਜੂਏਸ਼ਨ ਵਾਲਾ ਬੱਚਾ ਹੋਏਗਾ ਉਸ ਦੇ ਨਾਲ ਸਾਰੇ 12ਵੀਂ ਵਾਲੇ ਬੱਚੇ ਬੈਠ ਕੇ ਪੜ੍ਹਾਈ ਕਰਦੇ ਹੋਣਗੇ। 50 ਬੱਚਿਆਂ ਦੀ ਕਲਾਸ ਹੈ ਤੇ 48 ਬੱਚੇ 12ਵੀਂ ਵਾਲੇ ਹੋਣਗੇ, 2 ਬੱਚੇ ਗ੍ਰੈਜੂਏਟ ਹੋਣਗੇ ਤੇ ਨੈਚੁਰਲ ਲੈਵਲ ਦਾ ਫਰਕ ਹੋ ਗਿਆ ਹੋਗਾ। ਜੀ ਸੋ ਸਟੂਡੈਂਟ ਜੀ ਜਿਹੜੇ ਤਾਂ 1 ਸਾਲ ਦਾ ਪ੍ਰੋਗਰਾਮ ਲੈ ਕੇ ਜਾਂਦੇ ਨੇ ਤੁਹਾਨੂੰ 1 ਸਾਲ ਦਾ ਹੀ ਵਰਕ ਪਰਮਿਟ ਮਿਲੇਗਾ ਤੇ ਜਿਹੜੇ 2 ਸਾਲ ਦਾ ਲੈ ਕੇ ਜਾਂਦੇ ਨੇ ਜੀ ਉਹਨਾਂ ਨੂੰ ਫਿਰ 3 ਸਾਲ ਦਾ ਵਰਕ ਰਾਈਟਸ ਜਿਹੜੇ ਨੇ ਮਿਲਦੇ ਨੇ। ਸੋ ਫਿਲਹਾਲ ਜੀ ਸੈਮੀਨਾਰਸ ਦੀਆਂ ਡੇਟਸ ਤੇ ਵੈਨਿਊਜ਼ ਆਮ ਸ਼ੋਰ ਤੁਸੀਂ ਨੋਟ ਡਾਊਨ ਕਰ ਲਈਆਂ ਹੋਣਗੀਆਂ ਜੀ, ਤੁਹਾਡੇ ਸਕਰੀਨ ਦੇ ਉੱਤੇ, ਤੁਹਾਡੀ ਸਕਰੋਲ ਦੇ ਉੱਤੇ ਜ਼ਰੂਰ ਚੱਲ ਰਹੀਆਂ ਨੇ ਜਿਹੜੀਆਂ। ਸੋ ਬਾਕੀ ਜਿਹੜੀ ਇਨਫੋਰਮੇਸ਼ਨ ਹੈ ਜੀ ਤੁਸੀਂ ਸਟਿਲ ਕਿ ਹਾਂ ਸਟੱਡੀ ਵੀਜ਼ਾ ਦੇ ਰਿਲੇਟਡ ਹੈ ਤੇ ਚਾਹੇ ਸੈਮੀਨਾਰਸ ਨੂੰ ਲੈ ਕੇ ਤਾਂ ਤੁਸੀਂ ਜ਼ਰੂਰ ਜੀ ਨੰਬਰ ਉੱਤੇ ਕਾਲ ਕਰਕੇ ਇਹਦੇ ਬਾਰੇ ਜਾਣ ਸਕਦੇ ਹੋ। ਸਰ ਜੀ ਇੱਕ ਜਿਹੜੀ ਗੱਲ ਤੁਸੀਂ ਕਹੀ ਕਿ 1 ਸਾਲ ਤੋਂ ਬਾਅਦ 1 ਸਾਲ ਦਾ ਵਰਕ ਪਰਮਿਟ ਮਿਲਦਾ, ਜੇ 1 ਸਾਲ ਤੋਂ ਬਾਅਦ ਵਰਕ ਪਰਮਿਟ ਅਪਲਾਈ ਕਰਾਂਗੇ ਤਾਂ 1 ਸਾਲ ਦਾ ਮਿਲੇਗਾ, ਲੇਕਿਨ ਨਹੀਂ ਅਪਲਾਈ ਕਰਨਾ ਆਈ ਵੀ ਹਾਈਲੀ ਸੁਜੈਸਟ ਮੋਸਟ ਕੇਸਿਸ ਦੇ ਵਿੱਚ 1000 ਵਿੱਚੋਂ 999 ਕੇਸਿਸ ਦੇ ਵਿੱਚ ਆਪਾਂ 1 ਸਾਲ ਦਾ ਵਰਕ ਪਰਮਿਟ ਲੈ ਕੇ ਖਤਰੇ ਦੇ ਵਿੱਚ ਆਵਾਂਗੇ, PR ਨਹੀਂ ਹੋਣੀ। ਅੱਛਾ, ਉਸ ਤੋਂ ਬਚਣ ਵਾਸਤੇ 1 ਸਾਲ ਦੇ ਕੋਰਸ ਤੋਂ ਬਾਅਦ 1 ਸਾਲ ਦਾ ਹੋਰ ਕਰ ਲਈਏ ਤੇ ਫਿਰ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਤੇ ਦੂਸਰਾ ਜਿਸ ਤਰ੍ਹਾਂ ਤੁਸੀਂ ਕਿਹਾ ਸੀ 2 ਸਾਲ ਤੋਂ ਬਾਅਦ ਹੈ, ਚਾਹੇ ਗ੍ਰੈਜੂਏਸ਼ਨ ਤੋਂ ਬਾਅਦ ਡੈਫੀਨਿਟਲੀ 12ਵੀਂ ਤੋਂ ਬਾਅਦ ਹੈ ਕਿ ਗ੍ਰੈਜੂਏਸ਼ਨ, ਆਫ ਕੋਰਸ 12ਵੀਂ ਤੋਂ ਬਾਅਦ ਤਾਂ PR ਹੁੰਦੀ ਨਹੀਂ ਹੈ ਸੌਖੀ, ਤੇ ਮਤਲਬ ਅਸੀਂ 2 ਸਾਲ ਦਾ ਹੀ ਕੋਰਸ ਦਿੰਦੇ ਹਾਂ, ਅਸੀਂ 1 ਸਾਲ ਦਾ ਕਦੇ ਵੀ ਨਹੀਂ ਦਿੰਦੇ। ਔਰ 2 ਸਾਲ ਤੋਂ ਜ਼ਿਆਦਾਤਰ ਕਾਲਜ ਵੀ ਜ਼ਿਆਦਾਤਰ ਪ੍ਰੋਗਰਾਮ 2 ਸਾਲ ਦੇ ਹੀ ਨੇ 12ਵੀਂ ਤੋਂ ਬਾਅਦ, ਲੇਕਿਨ ਗ੍ਰੈਜੂਏਸ਼ਨ ਤੋਂ ਬਾਅਦ ਬਹੁਤ ਸਾਰੇ ਕੋਰਸਿਸ 80% ਕੋਰਸਿਸ 1 ਸਾਲ ਦੇ ਹੁੰਦੇ ਆ। 1 ਸਾਲ ਦਾ ਲੈ ਕੇ ਚਲੀ ਜਾਈਏ ਕੋਈ ਦਿੱਕਤ ਨਹੀਂ ਹੈ। ਫਿਰ ਉੱਥੇ 1 ਸਾਲ ਦਾ ਹੋਰ ਕਾਲਜ ਦੇ ਵਿੱਚ ਐਡਮਿਸ਼ਨ ਔਰ ਫਿਰ ਐਮਬੈਸੀ ਨੂੰ ਕੇਸ ਭੇਜਣਾ, ਸਟੱਡੀ ਪਰਮਿਟ ਐਕਸਟੈਂਸ਼ਨ ਕਿ 1 ਸਾਲ ਦਾ ਸੀਗਾ 1 ਸਾਲ ਦਾ ਹੋਰ ਕੋਰਸ ਪੜ੍ਹਨਾ ਹੈ, ਹੁਣ ਸਟੱਡੀ ਪਰਮਿਟ ਐਕਸਟੈਂਸ਼ਨ 1 ਸਾਲ ਦੀ ਹੋਰ, ਠੀਕ ਹੈ, ਤਾਂ ਉਹ ਮਿਲ ਜਾਂਦੀ ਹੈ, ਕੋਈ ਦਿੱਕਤ ਨਹੀਂ ਹੈ। ਕੈਨੇਡਾ 'ਚ ਸਾਡੇ ਆਫਿਸਿਸ ਇਸ ਚੀਜ਼ ਦੀ ਹੈਲਪ ਕਰਦੇ ਨੇ ਔਰ 1 ਸਾਲ ਦੇ 2 ਕੋਰਸ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਅਪਲਾਈ ਕਰਾਂਗੇ ਤਾਂ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਦੂਸਰਾ ਕਵਿਤਾ ਜੀ ਮੈਂ ਉਹ ਡੇਟਸ ਇੱਕ ਵਾਰੀ ਬੋਲ ਕੇ ਦੱਸਣਾ ਚਾਹੁੰਦਾ ਆਪਣੇ ਜਿਹੜੇ ਸਟੂਡੈਂਟਸ ਨੇ, 14 ਤਰੀਕ ਨੂੰ ਯਮੁਨਾ ਨਗਰ, 15 ਨੂੰ ਕੁਰੂਕਸ਼ੇਤਰ, 16 ਨੂੰ ਕਰਨਾਲ, 17 ਨੂੰ ਅੰਬਾਲਾ, ਕਿਉਂਕਿ ਜਿਹੜਾ ਹਰਿਆਣਾ ਤੋਂ ਕਾਫੀ ਜ਼ਿਆਦਾ ਸਾਡੀਆਂ ਕਾਲਸ ਔਰ ਰਿਕੁਐਸਟ ਆ ਰਹੀਆਂ ਸੀਗੀਆਂ ਕਿ ਇੱਥੇ ਸੈਮੀਨਾਰਸ ਦੀ ਰਿਕੁਐਸਟਾਂ ਸੀਗੀਆਂ। ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ 23 ਤਰੀਕ ਨੂੰ ਜਲੰਧਰ, 24 ਨੂੰ ਅੰਮ੍ਰਿਤਸਰ ਸਾਹਿਬ, 25 ਨੂੰ ਲੁਧਿਆਣਾ, 30 ਨੂੰ ਮੋਗਾ, 1 ਅਕਤੂਬਰ ਨੂੰ ਫਿਰੋਜ਼ਪੁਰ, 2 ਨੂੰ ਬਠਿੰਡਾ, 3 ਅਕਤੂਬਰ ਨੂੰ ਬਰਨਾਲਾ ਜੀ। ਵੈਲਕਮ। ਬੈਨੀਫਿਟਸ, ਨੋ ਕੰਪਨੀ ਫੀਸ, ਨੋ ਐਪਲੀਕੇਸ਼ਨ ਫੀਸ ਫਰੋਮ ਸਿਲੈਕਟਡ ਸਟੂਡੈਂਟਸ, SDS ਹੋਣਾ ਚਾਹੀਦਾ, ਮਾਰਕਸ ਚੰਗੇ ਹੋਣੇ ਚਾਹੀਦੇ ਨੇ ਔਰ ਵੈਸੇ ਜਿਹੜਾ ਹੈ ਓਵਰਆਲ 6 not less than 5.5, PTE TOEFL ਵਾਲੇ ਵੀ ਜਨਰਲ ਕੈਟੇਗਰੀ ਦੇ ਵਿੱਚ ਵੀਜ਼ਾ ਲੈ ਸਕਦੇ ਨੇ, ਕੋਈ ਪ੍ਰੋਬਲਮ ਨਹੀਂ ਜੀ। ਸਰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਵੈਲਕਮ ਜੀ, ਸਤਿ ਸ੍ਰੀ ਅਕਾਲ ਜੀ। ਸੋ ਇਸੇ ਦੇ ਨਾਲ ਜੀ ਦਿਓ ਇਜਾਜ਼ਤ, ਨੈਕਸਟ ਟਾਈਮ ਫੇਰ ਹਾਜ਼ਰ ਹੋਵਾਂਗੇ ਜੀ ਕੁਝ ਹੋਰ ਨਵੀਆਂ ਅਪਡੇਟਸ ਲੈ ਕੇ। ਸਾਡੇ ਸਟੂਡੈਂਟਸ ਜੀ ਤੁਹਾਡੇ ਵਾਸਤੇ ਇਨਟੇਕ ਜਨਵਰੀ ਦੇ ਨਾਲ ਮਈ ਦੀ ਐਡਮਿਸ਼ਨ ਚੱਲ ਰਹੀਆਂ ਨੇ, ਦੇਰੀ ਨਹੀਂ ਕਰਨੀ ਜੀ, ਬਾਕੀ ਸੈਮੀਨਾਰਸ ਦਾ ਹਿੱਸਾ ਜ਼ਰੂਰ ਬਣਨਾ ਹੈਗਾ। ਧੰਨਵਾਦ।